ਜਾਂ ਮੂੰਹ ਇੱਕ ਤਾਂ ਲੱਖ ਤੋ, ਜਿੱਤੀ ਪਿੰਨਣੇ ਦਰ ਕਿਤੜੇ। ਬਾਹਮਣ ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੇ। ਜਾਂ ਮੂੰਹ ਇੱਕ ਤਾਂ ਲੱਖ ਤੋ, ਜਿੱਤੀ ਪਿੰਨਣੇ ਦਰ ਕਿਤੜੇ। ਬਾਹਮਣ ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤੇ ਇਸ ਲੜੀ ਦੇ ਤਹਿਤ ਸ਼ਹੀਦਾਂ ਦੇ ਸਿਰਤਾਜ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 4 ਨੰਬਰ ਸ਼ਲੋਕ, ਜਿਸ ਦਾ ਪਾਠ ਆਪਾਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1425 ਦੇ ਉੱਪਰ ਸੁਭਾਇਮਾਨ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇਸ ਪਾਵਨ ਸ਼ਲੋਕ ਵਿੱਚ ਵਿਚਾਰ ਬਖਸ਼ਿਸ਼ ਕੀਤੇ ਨੇ ਕਿ ਮਨੁੱਖ ਦਾ ਨਾਮਣਾ ਬਹੁਤ ਉੱਚਾ ਹੋਵੇ। ਮਨੁੱਖ ਭਾਵੇਂ ਸਮਾਜ ਦੇ ਵਿੱਚ ਬਹੁਤ ਉੱਚੀ ਕੁਲ ਵਿੱਚ ਪੈਦਾ ਹੋਇਆ ਹੋਵੇ, ਸਭ ਕੁਝ ਉਸ ਦੇ ਕੋਲ ਹੋਣ, ਪਰ ਜੇ ਉਹ ਮਾਲਕ ਦੀ ਯਾਦ ਤੋਂ ਸਖਣਾ ਹੈ, ਪ੍ਰਭੂ ਦੀ ਯਾਦ ਤੋਂ ਸਖਣਾ ਹੈ, ਇੰਜ ਕਹਿ ਲਓ ਵੀ ਮਨੁੱਖੀ ਜੀਵਨ ਦੇ ਵਿੱਚ ਜੇ ਸੱਚਾਈ ਹੈ ਨਹੀਂ, ਤਾਂ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਭ ਕੁਝ ਜੋ ਕੁਝ ਵੀ ਦਿਸ ਰਿਹਾ ਹੈ, ਜੋ ਇਹਦੀ ਇੱਜ਼ਤ ਮਾਣ ਵਡਿਆਈ ਹੈ, ਇਹ ਕਿਸੇ ਅਰਥ ਨਹੀਂ ਰਹਿ ਜਾਂਦੀ। ਦੂਜਾ ਪੱਖ ਸਤਿਗੁਰ ਨੇ ਇਹ ਪੇਸ਼ ਕੀਤਾ ਹੈ ਕਿ ਹੇ ਅਕਾਲ ਪੁਰਖ, ਜਦੋਂ ਤੂੰ ਮੇਰੇ ਵੱਲ ਹੋ ਜਾਣਾ ਹੈ, ਜਦੋਂ ਤੂੰ ਮੇਰੇ ਪੱਖ ਵਿੱਚ ਹੋ ਜਾਣਾ ਹੈ, ਤੇ ਮੈਨੂੰ ਇੰਜ ਲੱਗਦਾ ਵੀ ਸਾਰਾ ਸੰਸਾਰ ਹੀ ਮੇਰੇ ਪੱਖ ਵਿੱਚ ਹੈ। ਜਦੋਂ ਤੁਹਾਡੇ ਨਾਲੋਂ ਮੇਰੀ ਦੂਰੀ ਬਣਦੀ ਹੈ, ਭਾਵੇਂ ਸਾਰੇ ਮੇਰੇ ਕੋਲ ਬੈਠੇ ਹੋਣ, ਹਰ ਵਿਅਕਤੀ ਮੇਰੇ ਦੁੱਖ ਸੁੱਖ ਵਿੱਚ ਮੇਰਾ ਭਾਈਵਾਲ ਹੋਵੇ, ਪਰ ਮੈਨੂੰ ਇੰਜ ਲੱਗਦਾ ਕਿ ਕਿਸੇ ਚੀਜ਼ ਦੀ ਘਾਟ ਹੈ, ਕਮੀ ਹੈ ਜੀਵਨ ਦੇ ਵਿੱਚ। ਉਹ ਕਾਹਦੀ ਹੈ ਕਿ ਮੇਰੀ ਮਾਲਕ ਨਾਲ ਨਹੀਂ ਬਣ ਆਈ। ਸਤਿਗੁਰੂ ਜੀ ਕਹਿੰਦੇ ਜਾਂ ਮੂੰਹ ਇੱਕ, ਜਾਂ ਮੂੰਹ ਇੱਕ ਦਾ ਅਰਥ ਹੈ ਜੇ ਮੇਰੇ ਤੁਸੀਂ ਵੱਲ ਹੋ ਤਾਂ ਲੱਖ ਤੋਂ, ਜਾਂ ਮੂੰਹ ਇੱਕ ਤਾਂ ਲੱਖ ਤੋਂ, ਜੇ ਤੁਸੀਂ ਮੇਰੇ ਵੱਲ ਹੋ ਇੱਕ ਤਾਂ ਲੱਖਾਂ ਜੀਵ ਮੈਂ ਇਹ ਸਮਝਦਾ ਹਾਂ ਕਿ ਮੇਰੇ ਵੱਲ ਹੋ ਗਏ। ਕਿਉਂਕਿ ਮੇਨ ਗੱਲ ਤੇ ਤੁਹਾਡੀ ਹੈ। ਮੈਂ ਕਈ ਵਾਰੀ ਮਹਿਸੂਸ ਕਰਦਾ ਜੇ ਕਿਤੇ ਇਹਨਾਂ ਪੰਕਤੀਆਂ ਦੇ ਅਸੀਂ ਅਰਥ ਸਮਝ ਕੇ, ਇਹਨਾਂ ਦੇ ਭਾਵ ਸਮਝ ਕੇ ਆਪਣੇ ਪ੍ਰੈਕਟੀਕਲ ਜੀਵਨ 'ਚ ਜਿਉਣੇ ਸ਼ੁਰੂ ਕਰ ਦਈਏ, ਤੇ ਫਿਰ ਮਨੁੱਖ ਇੰਜ ਹੋਏਗਾ ਜਿਹਨੂੰ ਬਾਣੀ ਦਾ ਮਨ ਜੀਤੈ ਜਗ ਜੀਤ। ਮਨ ਜਿੱਤਿਆ ਗਿਆ, ਜਗਤ ਜਿੱਤਣ ਲਈ ਤੁਹਾਨੂੰ ਵੱਖਰੇ ਅਡੰਬਰ ਕਰਨ ਦੀ ਲੋੜ ਨਹੀਂ ਪੈਣੀ। ਜਗਤ ਆਪਣੇ ਆਪ ਜਿੱਤਿਆ ਜਾਣਾ ਜਦੋਂ ਤੁਹਾਡੇ ਮਨ ਦੇ ਉੱਤੇ ਤੁਹਾਡੀ ਜਿੱਤ ਪ੍ਰਾਪਤ ਹੋ ਗਈ। ਅੱਜ ਪ੍ਰੋਬਲਮ ਇਹ ਹੈ ਕਿ ਮਨੁੱਖ ਜਗਤ ਜਿੱਤਣ ਵਾਲੇ ਬੰਨੇ ਪਹਿਲਾਂ ਤੁਰਦਾ, ਜਗਤ ਜਿੱਤਿਆ ਨਹੀਂ ਜਾ ਰਿਹਾ, ਤੇ ਮਨੁੱਖ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਜਾਂਦਾ। ਤਿੰਨੇ ਜਨਮ ਜੂਏ ਹਾਰਿਆ। ਹੁਣ ਜੋ ਹਜ਼ੂਰ ਇੱਥੇ ਫਰਮਾਉਂਦੇ ਨੇ ਜਾਂ ਮੂੰਹ ਇੱਕ ਤਾਂ ਲੱਖ ਤੋ, ਜਿੱਤੇ, ਹੁਣ ਇੱਥੇ ਸ਼ਬਦ ਕੀ ਵਰਤਿਆ ਹੈ, ਜਿੱਤੀ ਪਿੰਨਣੇ ਦਰ ਕਿਤੜੇ। ਪਿੰਨਣੀ ਦਾ ਅਰਥ ਹੈ ਮੰਗਤੇ। ਹੇ ਮੇਰੇ ਮਾਲਕ ਜੀ, ਪਤਾ ਨਹੀਂ ਤੁਹਾਡੇ ਇਸ ਕਾਇਨਾਤ ਦੇ ਵਿੱਚ, ਸ੍ਰਿਸ਼ਟੀ ਵਿੱਚ ਪਤਾ ਨਹੀਂ ਕਿੰਨੇ ਕੁ ਮੰਗਤੇ ਪੈਦਾ ਕੀਤੇ ਹੋਏ ਨੇ। ਇਹ ਸਾਰੇ ਜੀਵ ਤੁਹਾਡੇ ਦਰ ਦੇ ਮੰਗਤੇ ਨੇ। ਦਾਤਾ ਤੁਸੀਂ ਇਕੱਲੇ ਇੱਕ ਆਪ ਹੋ। ਜਿੱਤੀ ਪਿੰਨਣੇ, ਪਿੰਨ ਦਾ ਅਰਥ ਹੈ ਮੰਗਤੇ, ਦਰ ਕਿਤੜੇ। ਹੇ ਮੇਰੇ ਮਾਲਕ ਜੀ, ਇਹ ਤੁਹਾਡੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਵਿੱਚ ਪਤਾ ਨਹੀਂ ਅਨੇਕਾਂ ਹੀ ਪੈਦਾ ਕੀਤੇ ਹੋਏ ਮੰਗਤੇ ਹਨ, ਤੇ ਤੁਸੀਂ ਉਹਨਾਂ ਦੇ ਸਾਰਿਆਂ ਦੇ ਦਾਤੇ ਹੋ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਈ ਵਾਰੀ ਇਹਨਾਂ ਤੁਕਾਂ ਨੂੰ ਸਮਝ ਕੇ ਇੱਕ ਗੱਲ ਮਹਿਸੂਸ ਕਰੀਦੀ ਹੈ, ਸਤਿਗੁਰੂ ਜੀ ਕਿੰਨੀ ਬਰੀਕੀ ਨਾਲ ਇਹਨਾਂ ਗੱਲਾਂ ਨੂੰ ਵਾਚਦੇ ਨੇ ਵੀ ਤੂੰ ਸਮਰੱਥ, ਅਕੱਥ, ਅਗੋਚਰ, ਜੀਓ ਪਿੰਡ ਤੇਰੀ ਰਾਸ। ਦੇਖੋ ਕਿੰਨਾ ਗੁਰੂ ਸਾਹਿਬ ਰੱਬੀ ਪਿਆਰ ਵਿੱਚ ਆ ਕੇ ਕਿੰਨਾ ਸੋਹਣੇ ਸ਼ਬਦ ਉਚਾਰਨ ਕਰਦੇ ਨੇ ਵੀ ਤੂੰ ਸਮਰੱਥ, ਅਕੱਥ, ਅਗੋਚਰ,
ਤੁਸੀਂ ਸਮਰੱਥ ਹੋ, ਅਕੱਥ ਹੋ, ਨਾ ਕਥੇ ਜਾਣ ਵਾਲੇ, ਅਗੋਚਰ, ਜਿੱਥੋਂ ਤੱਕ ਤੁਹਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈਗੀ। ਜੀਓ, ਜਿੰਦ, ਪਿੰਡ, ਸਰੀਰ, ਤੇਰੀ ਰਾਸ, ਇਹ ਸਭ ਤੁਹਾਡੀ ਰਾਸ ਪੂੰਜੀ ਆ, ਤੁਸੀਂ ਇਹਦੇ ਮਾਲਕ ਹੋ। ਰਹਿਮ ਤੇਰੀ, ਹਾਂ ਦਾਤਾ ਜੀ, ਤੁਹਾਡੀ ਰਹਿਮ ਹੋਵੇ ਤਾਂ ਸੁੱਖ ਮਿਲਦਾ, ਤੁਹਾਡੀ ਰਹਿਮਤ ਨਹੀਂ ਤੇ ਕੁਝ ਵੀ ਨਹੀਂ। ਰਹਿਮ ਤੇਰੀ ਸੁੱਖ ਪਾਇਆ ਸਦਾ, ਨਾਨਕ ਕੀ ਅਰਦਾਸ। ਹੁਣ ਇੱਥੇ ਮਹਾਰਾਜ ਕਿੰਨੀ ਪਿਆਰੀ ਗੱਲ ਕਹਿੰਦੇ ਨੇ, ਜੇ ਤੁਸੀਂ ਮੇਰੇ ਵੱਲ ਹੋ ਤਾਂ ਮੈਂ ਸਭ ਕੁਝ ਆਪਣੇ ਵੱਲ ਸਮਝਦਾ। ਆਪਾਂ ਜਿਵੇਂ ਗੁਰੂ ਅਰਜਨ ਸਾਹਿਬ ਦਾ ਵਾਕ ਪੜ੍ਹਦੇ ਹਾਂ, ਉਹਨਾਂ ਦੀ ਪੌੜੀ ਹੈ ਬਹੁਤ ਪਿਆਰੀ, ਜਾਂ ਤੂੰ ਮੇਰੇ ਵੱਲ ਹੈ, ਇਹ ਲਗਭਗ ਸਾਰਿਆਂ ਨੂੰ ਯਾਦ ਵੀ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ। ਹੁਣ ਜਾਂ ਤੂੰ ਮੇਰੇ ਵੱਲ, ਜਿਵੇਂ ਆਪਾਂ ਆਮ ਹੀ ਨਹੀਂ ਗੱਲ ਕਰਦੇ, ਤੂੰ ਕਿਹਦੇ ਵੱਲ ਆ, ਉਹਦੇ ਵੱਲ ਕਿ ਮੇਰੇ ਵੱਲ ਹੈ, ਤੂੰ ਫਲਾਣੀ ਪਾਰਟੀ ਵੱਲ ਹੈ ਕਿ ਮੇਰੀ ਪਾਰਟੀ ਵੱਲ ਹੈ। ਵੱਲ ਸ਼ਬਦ ਆਪਾਂ ਆਮ ਹੀ, ਇਹਦੇ ਵੀ ਕੀ ਅਰਥ ਨੇ, ਜੇ ਵੱਲ ਸ਼ਬਦ ਦੇ ਵੀ ਕੀ ਅਰਥ ਨੇ। ਹੁਣ ਕੁਝ ਸਰੀਰ ਵੱਲ ਹੈ, ਆਪਾਂ ਪੁੱਛਦੇ ਹੁਣ ਸਰੀਰ ਵੱਲ ਹੈ, ਤੂੰ ਮੇਰੇ ਵੱਲ ਹੈ ਕਿ ਉਹਦੇ ਵੱਲ ਹੈ। ਵੱਲ ਕੱਦੂਆਂ ਦੀ ਵੀ ਹੁੰਦੀ ਹੈ, ਹੁਣ ਪ੍ਰਕਰਨ ਮੁਤਾਬਕ ਹੀ ਵੇਖਣਾ ਪੈਣਾ। ਹੁਣ ਸ਼ਬਦ ਵੱਲ ਹੀ ਹੈ, ਕੱਦੂਆਂ ਦੀ ਵੱਲ ਵੀ ਹੁੰਦੀ ਹੈ। ਤੂੰ ਮੇਰੇ ਵੱਲ ਹੈ ਕਿ ਉਹਦੇ ਵੱਲ ਹੈ। ਸਰੀਰ ਹੁਣ ਵੱਲ ਹੈ ਤੇਰਾ, ਭਾਵ ਸਰੀਰ ਤੇਰਾ ਠੀਕ ਹੈ, ਸ਼ਬਦ ਵੱਲ ਹੀ ਹੈ, ਪਰ ਕਿੰਨੇ ਅਰਥਾਂ 'ਚ ਆਪਾਂ ਉਹਨੂੰ ਵੇਖ ਲਿਆ। ਹੁਣ ਸਰੀਰ ਕੁਝ ਵੱਲ ਹੈ, ਕਈਆਂ ਇਲਾਕਿਆਂ 'ਚ ਭਾਸ਼ਾ ਬੋਲਦੇ ਨੇ ਵੀ ਸਰੀਰ ਹੁਣ ਵੱਲ ਹੈ, ਵੀ ਠੀਕ ਹੈ ਸਰੀਰ ਤੇਰਾ, ਤੂੰ ਮੇਰੇ ਵੱਲ ਹੈ ਕਿ ਉਹਦੇ ਵੱਲ ਹੈ। ਕੱਦੂਆਂ ਦੀ ਵੱਲ, ਕਰੇਲਿਆਂ ਦੀ ਵੱਲ, ਸ਼ਬਦ ਵੱਲ ਹੀ ਹੈ। ਹੁਣ ਇਹ ਤੇ ਸ਼ਬਦ ਅਰਥ ਹੈ ਜਾਂ ਤੂੰ ਮੇਰੇ ਵੱਲ ਹੈ। ਹੁਣ ਰੱਬ ਵੱਲ ਕਿੱਦਾਂ ਹੋਏਗਾ ਭਲਾ? ਕਿ ਅੱਜ ਅਸੀਂ ਪਰਮੇਸ਼ਰ ਨੂੰ, ਸੱਚ ਨੂੰ, ਉਸ ਮਾਲਕ ਨੂੰ ਆਪਣੇ ਵੱਲ ਕਰਨ ਵਾਸਤੇ ਕੁਝ ਕੀਤਾ ਕਿ ਆਪਣੇ ਆਪ ਵੱਲ ਹੋ ਜਾਂਦਾ, ਕੁਝ ਕਰਨਾ ਪੈਂਦਾ। ਬਾਪ ਜਦੋਂ ਪੁੱਤਰ ਵੱਲ ਹੁੰਦਾ ਹੈ ਆਪਣੇ ਆਪ ਹੋ ਜਾਂਦਾ ਕਿ ਪੁੱਤਰ ਦੇ ਵੀ ਕੁਝ ਫਰਜ਼ ਬਣਦੇ ਨੇ ਆਪਣੇ ਮਾਂ ਬਾਪ ਦੇ ਪ੍ਰਤੀ। ਕਿਉਂ ਸਾਧ ਸੰਗਤ ਜੀ, ਜਦੋਂ ਆਪਾਂ ਪੁੱਛਦੇ ਹਾਂ ਹੁਣ ਬਾਪ ਤੇਰੇ ਵੱਲ ਹੈ ਕਿਹਦੇ ਵੱਲ ਹੈ, ਮਾਤਾ ਪਿਤਾ ਤੁਹਾਡੇ ਵੱਲ ਆ ਕਿਸੇ ਹੋਰ ਵੱਲ ਹੈ, ਤੂੰ ਕਹਿੰਦਾ ਹੈ ਨਾ ਵੀ ਮੇਰੇ ਵੱਲ ਆ। ਤੂੰ ਵੱਲ ਕਿਉਂ ਆ? ਕਿਉਂਕਿ ਕੁਝ ਫਰਜ਼ ਆ ਤੇਰੇ ਉਹਦੇ ਪ੍ਰਤੀ, ਮਾਂ ਬਾਪ ਪ੍ਰਤੀ ਤੇਰੇ ਵੀ ਫਰਜ਼ ਆ। ਵੇਖੋ ਦੋ ਗੱਲਾਂ ਹੁੰਦੀਆਂ ਨੇ, ਇੱਕ ਜਿਹੜੇ ਇਨਸਾਨ ਆਪਣੀ ਜ਼ਿੰਦਗੀ 'ਚ ਫਰਜ਼ ਪੂਰੇ ਕਰਦੇ ਆ ਨਾ, ਉਹਨਾਂ ਨੂੰ ਹੱਕ ਆਪਣੇ ਆਪ ਮਿਲਦੇ, ਹੱਕ ਮੰਗਣੇ ਨਹੀਂ ਪੈਂਦੇ। ਕਿਤੇ ਨਾ ਕਿਤੇ ਕੁਤਾਹੀਆਂ ਤਾਂ ਸਾਡੇ ਕੋਲ ਵੀ ਹੁੰਦੀਆਂ ਨੇ ਨਾ। ਅੱਜ ਅਸੀਂ ਫਰਜ਼, ਹੁਣ ਇੱਕ ਬੱਚਾ ਹੈ, ਉਹ ਹੱਕ ਤੇ ਪੂਰਾ ਜਤਾਉਂਦਾ ਹੈ ਕਿ ਮੇਰੇ ਪਿਤਾ ਦੀ ਜਿਹੜੀ ਜਾਇਦਾਦ ਹੈ ਉਹਦਾ ਮੇਰਾ ਇੰਨਾ ਹਿੱਸਾ ਬਣਦਾ ਹੈ, ਮੇਰੇ ਦਾਦਿਆਂ ਪੜਦਾਦਿਆਂ ਦੀ ਜਾਇਦਾਦ ਦਾ ਜਿਹੜਾ ਜੋ ਉਹਨਾਂ ਨੇ ਕਮਾਇਆ ਉਹ ਮੇਰਾ ਉਹ 'ਚ ਹਿੱਸਾ ਹੈ, ਮੈਂ ਲੈਣਾ, ਆਪਣਾ ਹਿੱਸਾ ਲੈਣਾ, ਇਹ ਉਹਦਾ ਹੱਕ ਹੈ। ਪਰ ਫਰਜ਼ ਨਹੀਂ ਹੈਗੇ। ਪਿਤਾ ਨੂੰ ਰੋਟੀ ਦੇਣੀ, ਉਹਨਾਂ ਦੀ ਸੇਵਾ ਸੰਭਾਲ ਕਰਨੀ, ਉਹਨਾਂ ਦੀ ਮੈਡੀਸਨ ਦਵਾਈ ਦਾ ਪ੍ਰਬੰਧ ਕਰਨਾ, ਜੇ ਕੱਲ੍ਹ ਨੂੰ ਪਿਤਾ ਨੂੰ ਕੋਈ ਜ਼ਰੂਰਤ ਹੈ ਉਹਦੇ ਬਾਰੇ ਤੇਰਾ ਮਾਂ ਬਾਪ ਦਾ ਖਿਆਲ ਰੱਖਣਾ, ਇਹ ਤੇਰਾ ਕੋਈ ਫਰਜ਼ ਨਹੀਂ। ਅੱਜ ਫਰਜ਼ ਸਾਨੂੰ ਭੁੱਲ ਗਏ ਨੇ, ਹੱਕ ਸਾਨੂੰ ਚੇਤੇ ਨੇ। ਲੜਕੀ ਵਿਆਹੀ ਆਉਂਦੀ ਹੈ, ਹੱਕ ਤੇ ਆਉਂਦਿਆਂ ਪਤਾ ਵੀ ਮੇਰੇ ਸਹੁਰੇ ਦੀ ਇੰਨੀ ਜਾਇਦਾਦ ਹੈ ਅਤੇ ਇੰਨਾ ਮੇਰਾ ਹਿੱਸਾ ਹੈ, ਅਤੇ ਸੱਸ ਨੂੰ, ਸਹੁਰਾ ਸਾਹਿਬ ਨੂੰ ਰੋਟੀ ਪਾਣੀ ਪੁੱਛਣ ਦਾ ਇਹ ਫਰਜ਼ ਕਿਹਦਾ ਹੈ ਜੀ ਭਲਾ? ਇਹ ਗੁਆਂਢੀਆਂ ਦਾ ਕਿ ਬਿਰਧ ਆਸ਼ਰਮ ਦਾ? ਅੱਜ ਹੱਕ ਸਾਨੂੰ ਚੇਤਾ ਹੈ ਆਪਣੇ ਹੱਕਾਂ ਬਾਰੇ, ਤੇ ਅੱਜ ਤੁਸੀਂ ਵੇਖੋ ਗੱਲ ਕਰਦੇ ਮੇਰਾ ਆਹ ਵੀ ਹੱਕ ਹੈ, ਮੇਰਾ ਆਹ ਵੀ ਹੱਕ ਹੈ। ਆਉਂਦਿਆਂ ਹੀ ਮਤਲਬ ਸਾਰਾ ਪਤਾ ਵੀ ਮੇਰੀਆਂ ਇੰਨੀਆਂ ਦੁਕਾਨਾਂ ਨੇ, ਮੇਰਾ ਆਹ ਕਾਰੋਬਾਰ ਹੈ। ਅਤੇ ਫਰਜ਼, ਜਿਹੜੇ ਫਰਜ਼ ਪੂਰੇ ਕਰਦੇ ਆ, ਅੱਜ ਸਾਡੇ ਭਾਵੇਂ ਸਰਕਾਰਾਂ ਪ੍ਰਤੀ ਲਾ ਲਓ ਤੁਸੀਂ, ਇਮਾਨਦਾਰੀ ਜੀਵਨ ਦੇ ਵਿੱਚ ਕਿੱਥੇ ਹੈ ਸਾਡੇ? ਇੱਕ ਨਿੱਕੇ ਬੰਦੇ ਤੋਂ ਲੈ ਕੇ PM ਤੱਕ ਕਰਪਸ਼ਨ ਪੁਣਾ ਤੇ ਹੱਡੀ ਵੜਿਆ ਹੋਇਆ ਹੈ। ਨਿੱਕੀ ਨਿੱਕੀ ਗੱਲ ਤੇ ਬੰਦਾ ਬੇਈਮਾਨੀ ਕਰਦਾ ਪਿਆ ਹੈ, ਠੱਗੀਆਂ ਠੋਰੀਆਂ ਮਾਰਦਾ ਪਿਆ ਹੈ। ਹੁਣ ਇਹ ਤੇ ਸ਼ਬਦ ਵਰਤਿਆ ਜਾਂ ਤੂੰ ਮੇਰੇ ਵੱਲ ਹੈ। ਹੇ ਮੇਰੇ ਮਾਲਕ ਜੀ, ਜੇ ਤੁਸੀਂ ਮੇਰੇ ਵੱਲ ਹੋ ਤਾਂ ਕਿਆ ਮੋਸ਼ਨ ਦਾ, ਮੈਨੂੰ ਕਿਸੇ ਦੀ ਮੁਹਤਾਜੀ ਕੀ ਹੈ ਜਦੋਂ ਤੁਸੀਂ ਮੇਰੇ ਵੱਲ ਹੋ ਗਏ ਹੋ। ਫਿਰ ਅੱਗੇ ਸ਼ਬਦ ਵਰਤੇ ਨੇ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਦੋਂ ਤਾਂ ਮੈਂ ਤੇਰਾ ਬੰਦਾ ਹੋ ਗਿਆ ਨਾ, ਤੁਸੀਂ ਸਾਰਾ ਕੁਝ ਮੈਨੂੰ ਸੌਂਪਦਾ। ਇਹੋ ਹੀ ਤਾਂ ਸਮੱਸਿਆ, ਅੱਜ ਅਸੀਂ ਰੱਬ ਦੇ ਬੰਦੇ ਤੇ ਬਣਨ ਨੂੰ ਤਿਆਰ ਹੀ ਨਹੀਂ ਹੈ। ਬੰਦਿਆਂ ਦੇ ਤਾਂ ਸਟਿੱਕਰ ਲੱਗੇ, ਪਾਰਟੀਆਂ ਦੇ, ਧੜਿਆਂ ਦੇ। ਅੱਜ ਬੰਦਿਆਂ ਦੇ ਸਟਿੱਕਰ ਪਤਾ ਕਾਹਦੇ ਲੱਗੇ ਆ? ਬਾਬਿਆਂ ਦੇ ਸਟਿੱਕਰ ਲੱਗੇ ਨੇ, ਆਪਣੇ ਗਲਾਂ 'ਚ ਲੌਕਟ ਪਾਏ ਹੋਏ ਨੇ, ਬਾਬਿਆਂ ਦੀਆਂ ਫੋਟੋਆਂ ਲਾਈਆਂ, ਗੱਡੀਆਂ 'ਚ ਫੋਟੋਆਂ ਲਮਕਾਈਆਂ ਹੋਈਆਂ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਮੈਂ ਇਸ ਬਾਬੇ ਦਾ ਬੰਦਾ ਵਾਂ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਮੈਂ ਇਸ ਧੜੇ ਦਾ ਬੰਦਾ ਵਾਂ, ਮੈਂ ਤੱਕੜੀ ਦਾ ਵਾਂ, ਮੈਂ ਪੰਜੇ ਦਾ ਵਾਂ, ਮੈਂ ਝਾੜੂ ਦਾ ਵਾਂ, ਮੈਂ ਫੁੱਲ ਦਾ ਵਾਂ। ਅਸੀਂ ਦੱਸਣਾ ਚਾਹੁੰਦੇ ਹਾਂ। ਜਿਹੜੇ ਉਹ ਤੋਂ ਨਿਕਲੇ ਉਹ ਦੇਹਧਾਰੀ ਬਾਬਿਆਂ ਦੇ ਪੰਜੇ ਲਾ ਕੇ ਬੈਠੇ ਨੇ, ਸਟੈਪ ਲਾ ਕੇ ਬੈਠੇ ਨੇ, ਆਪਣੇ ਨਿਸ਼ਾਨ ਲਾ ਕੇ ਬੈਠੇ ਨੇ, ਘਰਾਂ 'ਚ ਫੋਟੋਆਂ।
ਤਗੜੀਆਂ ਤਗੜੀਆਂ ਫੋਟੋਆਂ ਆਪਣੇ ਘਰਾਂ 'ਚ ਬਾਹਰ ਲੱਗੀਆਂ। ਇੱਥੋਂ ਸਪੈਸ਼ਲ ਪਲੇਨ 'ਚ ਫੋਟੋਆਂ ਲੈ ਕੇ ਜਾਂਦੇ ਆ ਬਾਹਰ, ਘਰਾਂ 'ਚ ਆਪਣੇ ਬਾਬਿਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ। ਹੁਣ ਤਾਂ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਜਦੋਂ ਦਾ ਮੈਂ ਤੇਰਾ ਬੰਦਾ ਹੋ ਗਿਆ ਤੁਸੀਂ ਸਾਰਾ ਕੁਝ ਮੈਨੂੰ ਸੌਂਪਤਾ। ਇੱਥੇ ਨਾ ਜਿਹੜੇ ਸਿੱਖ ਸੀ ਨਾ, ਜਦੋਂ ਉਹਨਾਂ ਨੂੰ ਸਭ ਕੁਝ ਮਿਲਿਆ ਹੈ ਨਾ, ਉਹਨਾਂ ਨੇ ਆਪਣਾ ਸਭ ਕੁਝ ਦਾਅ 'ਤੇ ਲਾਤਾ। ਉਹਨਾਂ ਨੇ ਆਪਣੇ ਆਪ ਨੂੰ ਮਾਲਕ ਦੇ ਵਫਾਦਾਰ ਹੋਣ ਦਾ ਸਬੂਤ ਦਿੱਤਾ ਹੈ। ਜਦੋਂ ਭਗਤ ਕਬੀਰ ਜੀ ਕਹਿੰਦੇ ਨੇ ਹਮ ਕੂਕਰ ਤੇਰਾ ਦਰਬਾਰ, ਉਹਦਾ ਮਤਲਬ ਕੀ ਹੈ? ਵੀ ਮੈਂ ਹੈਗਾ ਕੂਕਰ ਹਾਂ ਪਰ ਦਰਬਾਰ ਤੇਰੇ ਦਾ ਕੂਕਰ ਵਾਂ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੇ ਖਿੰਚੇ ਤੇ ਜਾਉ। ਹੈਗਾ ਮੈਂ ਕੂਕਰ, ਮੈਨੂੰ ਲੋਕ ਆਂਦੇ ਆ ਤੂੰ ਕੁੱਤਾ ਵਾਂ। ਕਹਿੰਦਾ ਰੱਬ ਦਾ ਕੁੱਤਾ ਵਾਂ, ਕਿ ਡੇਰੇਦਾਰ ਦਾ, ਕਿਸੇ ਰਾਜਨੀਤਿਕ ਧੜੇ ਦਾ ਕੁੱਤਾ ਨਹੀਂ ਆ। ਕਬੀਰ ਕੂਕਰ ਰਾਮ ਕੋ, ਕਬੀਰ ਕੂਕਰਵਾਰ ਪਰ ਕਿਹਦਾ? ਰਾਮ ਕੋ ਕੂਕਰ ਆ, ਰਾਮ ਕੋ ਕੂਕਰ ਆ। ਕਬੀਰ ਕੂਕਰ ਰਾਮ ਕੋ ਤੇ ਮੁਤੀਆ ਮੇਰੋ ਨਾਉ, ਮੁਤੀਆ ਦਾ ਅਰਥ ਹੈ ਮੋਤੀ। ਮੋਤੀ ਮਹਿੰਗਾ ਹੁੰਦਾ, ਮੈਂ ਮਹਿੰਗਾ ਵਾਂ। ਕਿਉਂ? ਕਿਉਂਕਿ ਜਦੋਂ ਰਾਮ ਦਾ ਕੂਕਰ ਹਾਂ ਤੇ ਮਹਿੰਗਾ ਤੇ ਆਪੇ ਹੋਣਾ। ਜਿਹੜੇ ਵੱਡੇ ਬੰਦੇ ਨਾਲ ਤੁਹਾਡੀ ਸਾਂਝ ਹੋਏਗੀ ਉਹਦੀ ਤੇ ਫਿਰ ਉੱਦਾਂ ਹੀ ਗੱਲ ਵਜੇ। ਆਪਾਂ ਪਹਿਲਾਂ ਵੀ ਕਈ ਐਗਜ਼ਾਮਪਲ ਦਿੱਤੀ ਵੀ ਜਿਹੜਾ SSP ਦਾ ਕੁੱਕ ਹੋਏਗਾ, ਜਿਹੜਾ DC ਦਾ ਕੁੱਕ ਹੋਏਗਾ, ਕਈ ਲੋਕ ਉਹਦੇ ਕੋਲੋਂ ਸਿਫਾਰਿਸ਼ਾਂ ਕਰਾ ਕੇ ਕੰਮ ਲੈ ਲੈਂਦੇ ਆ। ਉਹਨੂੰ ਪਤਾ ਵੀ ਇਹ ਮਾੜੀ ਮੋਟੀ ਗੱਲ ਨਹੀਂ ਭਾਈ, ਵੀ ਉਹਦੇ ਰਾਹੀਂ ਵੀ ਕੰਮ ਹੋਣਾ। ਜਿਹੜਾ ਉਹਦੇ ਲਾਗੇ 24 ਘੰਟੇ ਰਹਿੰਦਾ ਨਾ, ਥੋੜ੍ਹੀ ਬਹੁਤੀ ਤਾਂ ਉਹਦੀ ਵੀ ਗੱਲ ਚੱਲਣੀ ਆ। ਅਕਸਰ ਖਾਣਾ ਬਣਾ ਕੇ ਖਵਾਉਂਦਾ ਹੈਗਾ ਕੁੱਕ ਹੀ ਆ, ਪਰ ਕਹਿੰਦਾ ਮੈਂ ਮਾਣ ਨਾ ਕਹਿੰਦਾ ਵੀ ਕੁੱਕ ਕਿਸੇ ਵੱਡੇ ਅਫਸਰ ਦਾ ਨਾ, ਵੀ ਐਵੇਂ ਥੋੜ੍ਹਾ ਹੈਗਾ ਮੈਂ। ਅਤੇ ਜੇ ਇੱਕ ਦੁਨਿਆਵੀ ਅਫਸਰ ਦੇ ਲਾਗੇ ਬਹਿਣ ਵਾਲਾ, ਉਹਦੇ ਲਾਗੇ ਰਹਿਣ ਵਾਲਾ ਮਾਣ ਮਹਿਸੂਸ ਕਰ ਸਕਦਾ, ਅਤੇ ਉਹ ਤੋਂ ਬੰਦਾ ਹੀ ਉਹਦਾ ਬਣ ਗਿਆ, ਅਤੇ ਕਿੱਡੀ ਵੱਡੀ ਗੱਲ ਹੋਏਗੀ ਭਲਾ। ਪ੍ਰੋਬਲਮ ਤਾਂ ਸਭ ਤੋਂ ਵੱਡੀ ਇਹੋ ਆ ਕਿ ਅਸੀਂ ਬੰਦਿਆਂ ਦੇ ਬੰਦੇ ਬਣ ਗਏ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ, ਬੰਦੇ ਦਾ ਬੰਦਾ ਵਾਲੀ ਗੱਲ ਬਣ ਗਈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਆਵੇ, ਖਾਏ ਖਰਚ ਰਹੰਦਾ। ਜਦੋਂ ਮੈਂ ਬੰਦਾ ਹੀ ਤੇਰਾ ਬਣ ਗਿਆ, ਮੇਰੇ ਕੋਲ ਤੋੜ ਕਾਹਦੀ ਆਉਣੀ ਹੈ? ਕਿਉਂਕਿ ਜਦੋਂ ਨੀਅਤ ਹੀ ਰੱਜ ਗਈ ਨਾ, ਜਦੋਂ ਬੰਦੇ ਦੀ ਨੀਅਤ, ਵੇਖੋ ਜਿਹੜਾ ਗੁਰੂ ਆ ਨਾ, ਲਖਮੀ ਤੋਟ ਨਾ ਆਵੇ। ਮੈਂ ਕਈ ਵਾਰੀ ਮਹਿਸੂਸ ਕਰਦਾ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ। ਵੇਖੋ ਬੇਬੇ ਨਾਨਕੀ ਦੇ ਕੋਲ, ਬੇਬੇ ਨਾਨਕੀ ਵੀ ਤਾਂ ਔਰਤ ਆ, ਉਹ ਵੀ ਚਾਹੁੰਦੀ ਹੋਏਗੀ ਮੇਰੇ ਘਰ ਪੁੱਤਰ ਧੀ ਪੈਦਾ ਹੋਵੇ, ਪਰ ਅੰਦਰੋਂ ਇੰਨਾ ਤ੍ਰਿਪਤ ਕਰ ਦਿੱਤਾ ਕਿ ਖਾਹਿਸ਼ ਹੀ ਨਹੀਂ ਰਹੀ। ਬਿਨਾਂ ਔਲਾਦ ਤੋਂ ਵੀ ਅੰਦਰੋਂ ਰੱਜੀ ਹੋਈ ਹੈ ਬੇਬੇ ਨਾਨਕੀ। ਇੱਥੇ ਔਲਾਦ ਪੈਦਾ ਕਰਕੇ ਵੀ ਅਸੀਂ ਅੰਦਰੋਂ ਭਖੂ ਕਰਦੇ ਪਏ ਹਾਂ। ਸਾਡੇ ਘਰ ਆਪਣੇ ਪਰਿਵਾਰਾਂ 'ਚ ਮਾਰ ਕੇ ਵੇਖਿਓ ਧਿਆਨ, 2 ਪੁੱਤਰ ਹੋਣ, ਇੱਕ ਦੇ ਘਰ ਸਿਰਫ 2 ਬੇਟੀਆਂ ਹੋਣ, ਇੱਕ ਦੇ ਘਰ ਇੱਕ ਬੇਟਾ ਬੇਟੀ ਹੋਵੇ, ਤਾਂ ਫਿਰ ਵੀ ਇੱਛਾ ਹੁੰਦੀ ਕਿਤੇ ਵੀ ਹੈ ਧੀਆਂ ਵੱਲ ਵੇਖ ਲਓ, ਧੀਆਂ ਪੁੱਤ ਨਹੀਂ ਹੈਗੇ, ਫਿਰ ਵੀ ਅਸੀਂ ਅੰਦਰੋਂ ਭਖੂ ਕਰਦੇ ਪਏ। ਇਸੇ ਚੀਜ਼ 'ਚੋਂ ਤੇ ਪਖੰਡਵਾਦ ਨੇ ਅੱਜ ਜਨਮ ਲਿਆ। ਜਿਨ੍ਹਾਂ ਦੇ ਘਰ ਧੀਆਂ ਹੁੰਦੀਆਂ ਉਹਨਾਂ ਨੂੰ ਧੀਆਂ 'ਚੋਂ ਪੁੱਤ ਦਿਖਦੇ ਆ, ਅਤੇ ਪਾਸਿਓਂ ਆਣ ਕੇ ਟਾਂਚਾ ਮਾਰੀ ਜਾਣਗੇ। ਅਰਦਾਸ ਕਰਾ ਕੇ ਵੇਖ ਲਓ ਨਾ, ਤੁਸੀਂ ਵੀ ਕਿਸੇ ਬਾਬੇ ਕੋਲੋਂ ਸੇ ਝੋਲੀ 'ਚ ਪਵਾ ਲਓ। ਇੱਦਾਂ ਦੀਆਂ ਗੱਲਾਂ ਕਰ, ਵੀ ਹੱਦ ਹੋ ਗਈ। ਤੁਸੀਂ ਵੀ ਝੋਨੇ ਵਾਲਾ ਪਿੰਡ ਤੇ ਪਰਾਲੀਓਂ ਦੇਖ ਪੈਂਦਾ, ਜਿਹੜੇ ਪਿੰਡ 'ਚ ਝੋਨਾ ਹੋਵੇ ਨਾ, ਬਾਹਰ ਪਰਾਲੀ ਦੇ ਢੇਰ ਲੱਗੇ ਹੁੰਦੇ, ਵੀ ਜਿਹੜੇ ਆਪ ਸਾਧ ਛੜੇ ਆ ਉਹਨਾਂ ਕੋਲੋਂ ਤੁਸੀਂ ਅਰਦਾਸਾਂ ਕਰਾਉਂਦੇ ਫਿਰਦੇ ਹੋ। ਫੇਰ ਕਹਿਣਾ ਵੀ ਇਹ ਗੱਲ ਕੀ ਹੈ, ਵੀ ਸੱਚ ਹੈ। ਤੁਸੀਂ ਕਿੱਥੇ ਤੁਰੇ ਫਿਰਦੇ ਹੋ? ਮਾਨੂ ਕੀ ਟੇਕ ਬਿਰਥੀ, ਸਭ ਜਾਣ ਦੇਵਨ ਕੋ ਏਕੇ ਭਗਵਾਨ। ਹੁਣ ਇੱਥੇ ਸ਼ਬਦ ਵਰਤਿਆ ਲਖਮੀ ਤੋਟ ਨਾ ਆਵਈ, ਖਾਏ ਖਰਚ ਰਹੰਦਾ, 184 ਮੇਦਨੀ ਸਭ ਸੇਵ ਕਰਨ ਦਾ। ਇਹਦਾ ਮਤਲਬ ਕੀ ਹੈ? ਹੇ ਮੇਰੇ ਮਾਲਕ ਜੀ, ਮੈਂ ਤਾਂ ਧੰਨਵਾਦ ਕਰਦਾ, ਕਿੰਨਾ ਕੁਝ ਮੇਰੀ ਸੇਵਾ ਵਾਸਤੇ ਲਾਇਆ। ਬੰਦੇ ਦੀ ਸੇਵਾ 'ਚ ਹੀ ਆ ਸਾਰਾ ਕੁਝ। ਜੇ ਬੰਦਾ ਇਹਨੂੰ, ਹੁਣ ਆਪਾਂ ਪਹਿਲਾਂ ਕਈ ਵਾਰੀ ਗੱਲ ਕੀਤੀ ਵੀ ਬੰਦੇ ਵਰਗਾ ਤਾਕਤਵਰ ਕੋਈ ਨਹੀਂ। ਆਪਾਂ ਕਹਿੰਦੇ ਸ਼ੇਰ ਤਾਕਤਵਰ ਹੈ, ਹਾਥੀ ਤਾਕਤਵਰ ਹੈ। ਬੰਦੇ ਨੇ ਸਾਰਿਆਂ ਕੋਲੋਂ ਕੰਮ ਲਿਆ। ਸ਼ੇਰ ਦੇ ਕੋਲੋਂ ਇਹ ਸਰਕਸ 'ਚ ਕੰਮ ਲਈ ਜਾਂਦਾ, ਹਾਥੀ ਕੋਲੋਂ ਵੀ ਕੰਮ ਲਈ ਜਾਂਦਾ, ਹਾਥੀ ਦੀ ਵੀ ਪਿੱਠ 'ਤੇ ਸਵਾਰੀ ਕੀਤੀ ਇਹਨੇ। ਇਹਨਾਂ ਦੇ ਰੁਜ਼ਗਾਰ ਦਾ ਸਾਧਨ ਹੈ। ਇਹ ਤਾਕਤਵਰ ਸੀ ਨਾ, ਬੰਦੇ ਦੀ ਰੋਜੀ ਰੋਟੀ ਦਾ ਵਸੀਲਾ ਇਹ ਬਣ ਗਏ। ਸਾਡੇ ਬੜੇ ਬੜੇ ਚਿੜੀਆ ਘਰ ਬਣੇ ਪਏ ਆ, ਤੁਸੀਂ ਵੇਖੋ ਕਿੱਦਾਂ ਉੱਥੇ ਜਾਨਵਰ ਅਗਲਿਆਂ ਰੱਖੇ ਹੋਏ ਨੇ। ਕਿੰਨਿਆਂ ਲੋਕਾਂ ਦਾ ਉਸੇ ਦੇ ਆਧਾਰਿਤ ਰੋਜੀ ਰੋਟੀ ਚੱਲਦੀ ਆ। ਕਿੰਨਿਆਂ ਲੋਕਾਂ ਨੂੰ ਉੱਥੇ ਅੰਦਰ ਨੌਕਰੀ ਮਿਲੀ ਹੋਈ ਹੈ। ਨਿੱਕੇ ਪੰਛੀ ਤੋਂ ਲੈ ਕੇ ਵੱਡੇ ਜਾਨਵਰ ਤੱਕ ਅਗਲਿਆਂ ਨੇ ਪਿੰਜਰੇ 'ਚ ਕੈਦ ਕੀਤਾ ਤੇ ਮਨੁੱਖ ਨਹੀਂ ਆ। ਉਹਨਾਂ ਦੀ ਬਦੌਲਤ ਕਿੰਨਿਆਂ ਦੇ ਘਰ ਰੋਟੀ ਪੱਕਦੀ ਕਿ ਨਹੀਂ ਪੱਕਦੀ। 184 ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ। ਦਾਤਾ, ਜਦੋਂ ਦਾ ਮੈਂ ਤੇਰਾ ਬੰਦਾ ਹੋਇਆ ਨਾ, ਇਹ ਵੈਰੀ ਮਿੱਤਰ ਨਾ ਚਾਹੁੰਦਿਆਂ ਹੋਇਆਂ ਵੀ ਹੁਣ ਕੋਈ ਮਾੜਾ ਨਹੀਂ ਰਿਹਾ, ਸਾਰੇ ਮਿੱਤਰ ਬਣ ਗਏ ਹੁਣ ਮੇਰੇ। ਜਦੋਂ ਬੰਦਾ ਚੰਗਾ ਹੁੰਦਾ ਨਾ ਸਾਧ ਸੰਗਤ ਜੀ, ਸਮਾਂ ਪਾ ਕੇ ਬੁਰੇ ਵੀ ਤੁਹਾਡੇ ਨਾਲ ਚੰਗੇ ਹੋ ਜਾਂਦੇ। ਉਹਨਾਂ ਨੂੰ ਪਤਾ ਹੁੰਦਾ ਵੀ ਨਹੀਂ ਯਾਰ,
बड़ा माड़ा करके वेख लिया इस बंदे का, पर यह अपने अकीदे तो डिग्गा नहीं। इनू बिजनस सुट के वेख लिया सी, बहुत थावां ते इनू असीं डेगण की कोशिश की, पर बंदा तुरया गया। समा पा के वक्त आउंदा था, रिश्तेदार दोस्त मित्र भी तुहाडे फिर ये स्वीकार कर लेंदे भी नहीं, दुश्मन भी तुहाडे मित्र बन गए। सच्चे मार्ग चलदे उस्तत करे जहान। एक चीज़ का ख्याल रखना, जे बुरा बंदा अपनी बुराई वाली आदत नहीं छड्डण नूं तैयार, तो चंगिया बंदिया तू अपनी चंगियाई वाली आदत क्यों छड्डदा इहदे पिछे लग के। कई कहणगे नहीं जी जिन्ना मर्जी चंगा कर लो, कोई इस ते किसे दा नहीं बनता। कोई नहीं बनता, तैनूं तो नींद वधिया रात नूं आउंदी है ना, तू तो वधिया नींद सौंदा ना रात नूं, तेरे मन ते कोई बोझ तो नहीं हुंदा भी तू किसे दा बुरा कीता है। ये तो तेरे को बड़ी वड्डी जायदाद है, ये तो बड़ा वड्डा तेरे को अमीर विरसा है भी तू कम से कम बेचैन होकर रात में। ਜਿਹੜੇ लोग चैन की नींद, क्योंकि अज समस्या की आ, जिन्होंने लोगों के कोल सच नहीं है, सच की विचार है नहीं गी, सच का उन्होंने कोल उपदेश है नहीं गा, वो किदां अपनी जिंदगी उलझना भरी जीव रहे, अपने जाल विच आपे फस जाते हैं। फिर कहते लेखा कोई ना पुछे जां हर बख्शन दा। जो बंदा ही मैं तेरा हो गया, मैनू लेखा किहने पुछना। इत्थे मामूली जे किसी SHO ना बंदे की वाक भी होवे ना, थाणेदार ना, तो बंदा किदां सिफारिशां कराउंदा, किदां बंदा फोन कराउंदा जी उत्थे इहनूं पुछिओ ना, दस्सिओ गड्डी, सारिਆਂ ਦੀਆਂ ਗੱਡੀਆਂ ਦੀ चैकिंग हो रही है, पता लग जाए भी ये फलाने SSP का रिश्तेदार लगता, अगले सलूट मार के लगाउंदे भी जा भाई ਇਹਦੀ ਉਹਦੇ ਨਾਲ ਵਾਕ ਵੀ ਹੈ, ਇਹ MLA ਦਾ ਰਿਸ਼ਤੇਦਾਰ ਹੈ, ਇਹ MP ਦਾ ਰਿਸ਼ਤੇਦਾਰ ਹੈ। ਜੇ ਦੁਨਿਆਵੀ ਤੌਰ ਤੇ ਭਾਵੇਂ ਚੀਜ਼ਾਂ ਇੰਨੀਆਂ ਸਹੀ ਨਹੀਂ ਹੈ ਤੇ ਗਲਤ ਹੈ ਵੀ ਕਾਨੂੰਨ ਤੇ ਕਾਨੂੰਨ ਹੀ ਹੈ, ਪਰ ਪਿਆਰਿਓ ਇੱਥੇ ਪਤਾ ਕੀ ਐਗਜ਼ਾਮਪਲ ਹੈ, ਜਦੋਂ ਤੇਰੀ ਸੱਚ ਨਾਲ ਸਾਂਝ ਪੈ ਗਈ ਨਾ, ਵਿਸ਼ਿਆਂ ਵਕਾਰਾਂ ਦੀ ਤੇਰੇ ਸਾਹਮਣੇ ਪੇਸ਼ ਕਿੱਦਾਂ ਚੱਲ ਜੂ ਤੇਰਾ ਲੇਖਕ। ਕਿਉਂਕਿ ਲੇਖੇ ਜੋਖੇ ਤੇ ਉਹਨਾਂ ਦੇ ਹੁੰਦੇ ਆ ਜਿਹੜੇ ਬੰਦੇ ਗਲਤ ਕੰਮ ਕਰਦੇ। ਜਦੋਂ ਤੂੰ ਬੰਦਾ ਹੀ ਉਹਦਾ ਹੋ ਗਿਆ ਤੇ ਗਲਤ ਕੰਮ ਜ਼ਿੰਦਗੀ 'ਚੋਂ ਆਪਣੇ ਆਪ ਨਿਕਲ ਜਾਣਾ। ਦੁਨਿਆਵੀ ਤੌਰ 'ਤੇ ਬੰਦਾ ਸਿਫਾਰਿਸ਼ ਕਰਾਉਂਦਾ, ਝੂਠਾ ਬੰਦਾ, ਪੇਪਰ ਹੁੰਦੇ ਨਹੀਂ, ਫੋਨ ਕਰਾਉਂਦਾ ਜੀ ਗੱਡੀ ਦੇ ਪੇਪਰ ਹੈ ਨਹੀਂ, ਇਹਨਾਂ ਕੋਲ ਲਗਾ ਦਿਓ, ਉੱਥੇ ਕੰਮ ਹੋਣਾ ਹੀ ਨਹੀਂ। ਉੱਥੇ ਤਾਂ ਬੰਦਾ ਜਦੋਂ ਉਹਦਾ ਬਣ ਗਿਆ, ਜਦੋਂ ਉਹ ਸੱਚਾ, ਤਾਂ ਫਿਰ ਤੈਨੂੰ ਸੱਚਾ ਬਣਾਏਗਾ ਨਾ ਉਹ। ਕਿਉਂ ਸਾਹ ਸਮਝੀ? ਦੁਨਿਆਵੀ SHO, ਦੁਨਿਆਵੀ SSP, ਦੁਨਿਆਵੀ DSP ਜੀ ਹੋਏਗਾ, ਹੋ ਸਕਦਾ ਪੇਪਰ ਗੱਡੀ ਦੇ ਨਾ ਹੋਣ ਤੇ ਸਿਫਾਰਿਸ਼ ਨਾਲ ਤੁਹਾਨੂੰ ਕੋਲ ਨਿਗਾਉਣ ਦੀ ਕੋਸ਼ਿਸ਼ ਕਰੇ, ਇੱਥੇ 2 ਨੰਬਰ ਦਾ ਕੰਮ ਹੋਦਾ। ਪਰ ਇੱਥੇ ਤਾਂ ਕੰਮ ਉਲਟਾ, ਇੱਥੇ ਤਾਂ ਜਦੋਂ ਤੂੰ ਬੰਦਾ ਉਹਦਾ ਬਣ ਗਿਆ तो मालिक ने फिर सिफारिश काहदी करनी है कि भाई तू सच्चा बंदा बन। जो सच्चा बन गया लेखा होना ही नहीं, जे लेखा होएगा भी तो तू लेखे चो पार हो जाना, क्योंकि तू गलत काम किया कोई नहीं। इहो भगत नामदेव जी ने आख्या सी ना, तू कौन रे। जे मैनू पूछा ना तू कौन रे, मैं कहा मैं जी नामा हो जी आला ते नवारना जम करना। जे मैनू पूछन तू कौन, मैं कहूँ जी मैं नामा, तो दसूँगा मैं तुहाडा जम करना। इन्हों परां करो, चुको बैरीयर अपने परां, बई मैं तो बंदा तेरा वा। हुण इत्थे गुरु अर्जन साहब जी कहते हैं जां मूँह एक, जे मेरे वल, मूँह का अर्थ है मेरे वल, मेरे वल, जां मूँह एक, बस एक मेरे वल हो जाए ना, सभे थोक प्राप्त। फिर जे आवे एक हाथ, जन्म पदार्थ सफल है, जे सच्चा शब्द कथ, गुर ते महल प्राप्त, जिस लिखिया होवे मत मेरे मन। एक स्यों चित लाए, एक बिन सब धंध है, सब मिथ्या मोह माए। 44 नंबर अंक ते श्री राग का शब्द है, श्री राग का 44 नंबर अंक ते शब्द है। लख खुशियां पातशाहियां जे सतगुर नदर करे। हे सतगुरु जी, हे अकाल पुरख जी, हे मालिक जी, जे मैं तुहाडी नज़र दा पात्र बन जावां, तुहाडी नज़र दा पात्र बनना ही मेरे लिए लखां खुशियां ते पातशाहियां। यानी कि जे मैं तुहानूं खुश कर लिया ना, मेरे लिए इहो ही लखां खुशियां ते पातशाहियां। लख खुशियां पातशाहियां जे सतगुर नदर करे, निमख एक हर नाम दे। एक निमख मात्र भी जदों सच दा नाम मिल गया, मेरा मन तन शीतल होए। जिसको पूर्व लिखिया तेन सतगुर चरण गहे, उन्हें अपने सतगुर के चरण फड़ लै घुट के। चरण की है शब्द। जां मूँह एक तां लख तो, जे तुसी मेरे वल हो गए तो लखां जी भी मेरे वल हो गए। मैं तो इदां महसूस करदा जिवें जे तुहाडी नज़र दा पात्र बन गया, मेरे वास्ते इहो लखां खुशियां ते पातशाहियां।
मैं अपनी नज़र अपने आप पातशाह, अपने आप ही राजयोग की गल अपने आप हो जानी है। हुण गुरु साहब जी इत्थे गल कितनी प्यारी कर रहे, जां मूँह एक तां लख तौ जित्ती पिनने दर कितने। हे दाता जी, ये सृष्टि पैदा की हुई है, पता नहीं किन्ने तुहाडे दर दे मंगते ने, तुहाडे कोल मंग रहे हैं, पर मैं मानना कहना, हे मेरे मालक जी, जो तुसी मेरे वल हो गए, सारे संसार के जीव अपने आप ही मेरे वल हो गए। सच्चे मार्ग चलते हैं उस्तत करे जहान। अगली पंक्ति है, बामण बिरथा गयो जन्म कीतो सो विसरे। ध्यान ना सुनियो, हे मेरे मालक जी, समाज में ना देखो यह गल ध्यान ना समझो, ब्राह्मण के घर जन्म लेना बहुत उत्तम मन्निया गया सी, क्योंकि दूजिਆਂ तो उत्तम बनने लिए कर्म करने पड़े। ब्राह्मण तो अपने आप च उच्चा सी, कहते ब्राह्मण के घर जन्म लैन वाला जन्म तो ही उच्चा सी। ये विपर की फिलोसफी अपनी सी। इत्थे बड़ियां फिलोसफियां विपर ने घड़ घड़ रखियां। जे किते मान लो कोई गुनाह हो जाए, जिवें बिल्ली का मान लो बिल्ली मर गई, मान लो बिल्ली कहीं शूद्र को मर गई, तो सुहागा जिहड़ा पैल खेतां 'च सुहागा फेरन वाला, ये सुहागे नूं खड़ा करके इन्ना पूड़ियां दा ढेर ला के ते गरीबां नूं वंडोगे, तो फिर जाके उहदा पाप लथूगा सिर तो, जे बिल्ली मर गई तो। अच्छा, किसी ने शरारती ने पूछा, जे इहो बिल्ली ब्राह्मण को मर जे, कहता फिर सुहागा लम्मा पा लो, भी हुण लम्मे सुहागे पै दे किन्नियां कि पूड़ियां दा ढेर लग, यानी कि बिल्ली उही आ, पर बंदे दे मुताबक कानून बदल जाना। इत्थे धर्म के नाँ ते बलियां भी दित्तियां। अज मैं एक मूवी वेख रहा सी, मतलब इन्ना हैरानी की गल है कि मंदिर का पुजारी कह रहा भी इत्थे पैसे का मत्था टेके, वो लड्डू नहीं चढ़नगे। उन्होंने पता पैसा तो अं खाना, लड्डू अं किन्ने खा सकते हैं, लड्डू खा खा तो पहला मरे पे अं। वो बाहर जा जाके तो लड्डुआ जे थाल वा उन्होंने सुट रहा उत्थे। सोच के वेखो तुसीं, कित्थों कित्थों ये विपर दे इस जाल चों कड्ढण लई एवें थोड़ा उत्ते योधे सी भगत कबीर जी वर्गे, ਜਿਹੜੇ ये डंके की चोट ते कहंदे सी, जो तो ब्राह्मण ब्राह्मणी जाया तो आन बाट काहे नहीं आया। जे वाकया तू जन्म तो ब्राह्मण है, तो फिर तेरे जिस संसार ते जिस तरीके नाल असीं आए तू भी उस तरीके नाल आया। तेरे विच तां साडे विच खून है, तेरे तो दुध चाहिदा सी, क्योंकि गर्भवास में कुल नहीं जाती। जो बच्चा माता के गर्भ च हुंदा, दुनिया का कोई बंदा दसे उहदी किहड़ी कुल ते किहड़ी जात है। गर्भवास में कुल नहीं जाती, ब्रह्म बिंद ते सब उत्पाती, कौरे पंडित बामण कब के होए। बामण कह के जन्म मत खोए, तू ब्राह्मण कदों दा बनिया, तेनू किहने बामण बनाया है। तो कहना मैं तो जन्म तो बामण बनया, जां मैं उदन बनया जब मैं जनेऊ पाया। वह भी तर्क किया भगत कबीर जी ने भी हम कर सूत तने ने ताना, जे ते धागा पाउणा ब्राह्मण बनया तो साढ़े घर तो ढेर लगे पे ने, असीं जात दे जुलाए हैं, तेरे नालों वड्डे ब्राह्मण ना होए असीं। हम कर सूत तने ने ताना, कंठ जनेऊ तुम्हारे, तुम तो वेद पढ़ो गायत्री गोबिंद हृदय हमारे। मेरी जेबा बिसन नैन नारायण हृदय बसे गोबिंदा, जम द्वार जब पूसस बवरे तब क्या कैस मुकंदा। हुण इत्थे शब्द वरत्या बामण बिरथा गयो जन्म। हुण ब्राह्मण का ब्राह्मण नूं उच्चा मन्निया सी, कहंदे मन्निया गया भी ब्राह्मण बहुत उच्चे घर दा हुंदा। प्यारिया, जे तेनू रब भुलिया ना, जे तेनू मालिक भुलिया, जे तेरी जिंदगी च उहदी रजा नहीं हैगी, तू उहदी रजा च नहीं तुरदा, इत्थे भावें कोई ब्राह्मण की कुल च भी पैदा क्यों ना होया होवे, ਉਹਦਾ भी जन्म व्यर्थ ही चला गया। ਇੱਥੇ कहती गुरु अर्जन साहब ने गल। ਹੁਣ ਇੱਦਾਂ ਦੇ ਸ਼ਬਦ ਸਮੇਂ ਦੇ ਹਾਕਮਾਂ ਨੂੰ ਕਿੱਦਾਂ ਪਸੰਦ ਆਉਣਗੇ। ਤਤੀਆਂ ਤਵੀਆਂ ਤੇ ਬੈਠਣ ਦੇ ਕਾਰਨ ਆ ਸੀ, ਅਸੀਂ ਤਾਂ ਘਰੇਲੂ ਲੜਾਈਆਂ ਨੂੰ ਬਣਾ ਕੇ ਇਤਿਹਾਸ ਬਣਾ ਕੇ ਪੇਸ਼ ਕਰਤਾ ਵੀ ਸ਼ਾਇਦ ਪ੍ਰਿਥੀ ਚੰਦ ਨਾਲ ਸੀ ਬਣਦੀ, ਮਹਾਦੇਵ ਨਾਲ ਨਹੀਂ ਸੀ ਬਣਦੀ, ਸ਼ਾਇਦ ਤਾਂ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਤਤੀ ਤਵੀ ਤੇ ਬੈਠੇ ਸੀ। ਗੁਰੂ ਸਾਹਿਬ ਨੇ ਮੁੱਢ ਨੂੰ ਹੱਥ ਪਾਇਆ ਜਿੱਥੋਂ ਵਿਗਾੜ ਪੈਦਾ ਹੋਇਆ ਸੀ, उस मुढ़ नूं हथ पाया कि भावें इत्थे बहुत वधिया तरीके नाल उपदेश दिता सी कि इत्थे ब्राह्मण बहुत अपने आप नूं उच्चे घर च मनदा है। कहंदे पर जे तैनूं रब भुलिया ना, बामण बिरथा गयो जन्म, जिन कीते सो वसरे, जिस मालिक ने पैदा किया जे उहनूं भुल गया तो ब्राह्मण की कुल च पैदा होया बंदा भी अपना जन्म व्यर्थ ही गवा के चला गया। दसो इस तो वड्डी गल हो सकती कोई। ये सी वो सच कि घर में ठाकर नदर ना आवे, गल में पाहन लै लटकावे, पर मैं भूला सागत फिरता, नीर बरोले खप खप मरता। आ सी वो गल जो गुरु सर ने सच की विचार समाज के सामने रखी। ना समय के राजनीतिक अखौती राजनीतिक बंदे नूं हजम आई, तो ना अखौती धार्मिक बंदे नूं हजम आई। इस समुचे सलोक का अंतरी भाव यह है, कोई जन्म लैण नाल उच्ची कुल च नहीं हुंदा।
ਉੱਚੀ ਕੁੱਲ 'ਚ ਬੰਦਾ ਆਪਣੇ ਕੰਮਾਂ ਨਾਲ ਬਣਦਾ ਹੈ। ਭਾਵੇਂ ਤੂੰ ਬ੍ਰਾਹਮਣ ਦੇ ਘਰ ਵੀ ਕਿਉਂ ਨਾ ਪੈਦਾ ਹੋਇਆ ਹੋਵੇ, ਜੇ ਤੂੰ ਸੱਚ ਭੁੱਲਿਆ ਤੇਰਾ ਜਨਮ ਵਿਅਰਥ ਹੈ, ਜੀਵਨ ਤੇਰਾ ਬਰਬਾਦ ਹੈ। ਕੋਈ ਉੱਚੇ ਕੁੱਲ ਵਿੱਚ ਜਨਮ ਲੈਣ ਕਰਕੇ ਨਹੀਂ ਹੁੰਦਾ, ਉੱਚੀ ਕੁੱਲ ਚੰਗੇ ਕਰਮਾਂ ਨਾਲ ਬਣਦੀ ਹੈ। ਕੋਈ ਜਨਮ ਲੈਣ ਕਰਕੇ ਉੱਚੀ ਕੁੱਲ 'ਚ ਨਹੀਂ ਹੁੰਦਾ। ਇੱਥੇ ਗੁਰੂ ਸਾਹਿਬ ਨੇ ਗੱਲ ਕਹਿਤੀ, ਜਿਵੇਂ ਜਨਮ ਲੈਣ ਨਾਲ ਕੋਈ ਜੱਜ ਨਹੀਂ ਹੁੰਦਾ, ਜੱਜ ਆਪਣੀ ਐਜੂਕੇਸ਼ਨ ਨਾਲ ਬਣਦਾ। ਕੋਈ IPS ਜਨਮ ਲੈਣ ਨਾਲ ਨਹੀਂ ਹੁੰਦਾ। ਜੇ ਜਨਮ ਲੈਣ ਨਾ ਹੁੰਦਾ ਤਾਂ ਰਿਕਸ਼ੇ ਵਾਲੇ ਦਾ ਬੱਚਾ ਕਦੀ ਜੱਜ ਨਾ ਬਣਦਾ। ਫਿਰ ਇੱਕ ਬਹੁਤ ਵੱਡੇ ਬਿਜ਼ਨਸਮੈਨ ਦਾ ਬੱਚਾ ਨਸ਼ੇੜੀ ਨਾ ਬਣਦਾ, ਦਰ ਤੇ ਡਿੱਗਾ। ਤੁਸੀਂ ਇੱਥੇ ਵੇਖੇ ਹੋਣਗੇ ਬੜੇ ਬੜੇ ਕਾਰੋਬਾਰੀ ਕਰਨ ਵਾਲਿਆਂ ਦੇ ਬੱਚੇ 5-5 ਰੁਪਏ ਮੰਗਦੇ ਨਜ਼ਰ ਆਉਣਗੇ, ਅਤੇ ਸਧਾਰਨ ਰੇਹੜੀ ਲਾਉਣ ਵਾਲੇ ਦਾ ਬੱਚਾ ਤੁਹਾਨੂੰ ਉੱਚੇ ਅਦਾਰੇ 'ਤੇ ਉੱਚੇ ਅਹੁਦੇ 'ਤੇ ਪਹੁੰਚਿਆ ਹੋਇਆ ਨਜ਼ਰ ਆਏਗਾ। ਕਿਉਂ? ਅਗਲਾ ਆਪਣੇ ਕਰਮਾਂ ਨਾਲ ਆਪਣੀ ਕੁੱਲ ਬਦਲ ਦਿੰਦਾ ਹੈ। ਇਹੋ ਗੱਲ ਗੁਰੂ ਸਾਹਿਬ ਨੇ ਕਹੀ ਸੀ ਕਿ ਆਪਣੇ ਆਪ ਨੂੰ ਮਹਿੰਗਾ ਕਰੋ। ਜੇ ਸ਼ਬਦ ਮਹਿੰਗਾ, ਸ਼ਬਦ ਨਾਲ ਜੁੜੋਗੇ ਤੁਸੀਂ ਵੀ ਮਹਿੰਗੇ ਹੋ ਜਾਓਗੇ। ਜੇ ਲਾ ਦੀਆਂ ਕਿਤਾਬਾਂ ਮਹਿੰਗੀਆਂ ਨੇ ਨਾ, ਤੇ ਲਾ ਜਦੋਂ ਇੱਥੇ ਜਾਂਦਾ ਤਾਂ ਬੰਦਾ ਵੀ ਮਹਿੰਗਾ ਹੁੰਦਾ ਕਿ ਨਹੀਂ ਹੁੰਦਾ। ਜੇ MBBS ਦੀਆਂ ਕਿਤਾਬਾਂ ਮਹਿੰਗੀਆਂ ਨੇ, ਕੋਰਸ ਮਹਿੰਗਾ ਹੈ, ਜਦੋਂ ਬੰਦਾ ਇੱਥੇ ਲੈ ਕੇ ਜਾਂਦਾ ਗਿਆਨ, ਉਹ ਬੰਦਾ ਮਹਿੰਗਾ ਹੁੰਦਾ ਕਿ ਨਹੀਂ ਹੁੰਦਾ। ਬਸ ਗੱਲ ਹੀ ਨਹੀਂ ਕਿਸੇ। ਜਨਮ ਨਾਲ ਨਹੀਂ ਕੁਝ ਵੀ ਹੁੰਦਾ। ਜਨਮ ਲੈਣ ਤੋਂ ਬਾਅਦ ਤੁਹਾਡੇ ਕਰਮ ਤੁਹਾਨੂੰ ਉੱਚਾ ਤੇ ਨੀਵਾਂ ਬਣਾਉਂਦੇ ਨੇ। ਇਹ ਇਸ ਸਲੋਕ ਦਾ ਅੰਤਰੀ ਭਾਵ ਹੈ। 1425 ਨੰਬਰ ਦਾ ਸਲੋਕ, 4 ਨੰਬਰ ਸਲੋਕ ਹੈ ਸਾਧ ਸੰਗਤ ਜੀ। ਸਮੁੱਚੇ ਸਲੋਕ ਦਾ ਇਹ ਭਾਵ ਹੈ ਕਿ ਜੇ ਤੁਸੀਂ ਮੇਰੇ ਵੱਲ ਹੋ ਤਾਂ ਮੈਂ ਸਾਰਿਆਂ ਨੂੰ ਆਪਣੇ ਵੱਲ ਸਮਝਦਾ, ਕਿਉਂਕਿ ਮੇਨ ਤੇ ਤੁਹਾਡੀ ਗੱਲ ਹੈ ਮੇਰੇ ਮਾਲਕ ਜੀ। ਕਾਸ਼ ਕਿਤੇ ਖੇਡ ਸਾਨੂੰ ਸਮਝ ਆ ਜਾਏ। ਜੇ ਮਾਲਕ ਸਾਡੇ ਵੱਲ ਹੋਵੇ, ਫਿਰ ਕਿਹੜੀ ਕੁੱਲ 'ਚ ਕਿਹੜੇ ਮਜ਼ਹਬ 'ਚ ਪੈਦਾ ਹੋਇਆ ਇਹ ਕੋਈ ਮੈਟਰ ਨਹੀਂ ਕਰਦਾ। ਮੇਨ ਸੀ ਕਿ ਉੱਚੇ ਜਨਮ, ਉੱਚੀ ਕੁੱਲ ਵਿੱਚ ਪੈਦਾ ਹੋਣਾ ਕੋਈ ਮਹੱਤਵਪੂਰਨ ਨਹੀਂ ਆ। ਬੰਦੇ ਦੀ ਉੱਚੀ ਕੁੱਲ ਉਹਦੇ ਕਰਮਾਂ ਨਾਲ, ਉਹਦੀ ਆਦਤਾਂ ਨਾਲ ਬਣਦੀ ਹੈ। ਆਓ ਗੁਰੂ ਬਖਸ਼ਿਸ਼ ਕਰੇ ਅਸੀਂ ਸਾਰੇ ਹੀ ਗੁਰੂ ਦੇ ਰਸਤੇ 'ਤੇ ਤੁਰ ਕੇ ਆਪਣੀ ਕੁੱਲ ਉੱਚੀ ਕਰਨ ਦਾ ਯਤਨ ਕਰੀਏ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।